ਪੰਜਾਬ ਪੰਜਾਂ ਦਰਿਆਵਾਂ ਪੰਜਾਂ ਪਾਣੀਆਂ ਦੀ ਧਰਤੀ, ਸੰਤਾਂ ਮਹਾਪੁਰਸ਼ਾਂ ਯੋਧਾ ਸੂਰਮਿਆਂ ਦੀ ਪਵਿੱਤਰ ਧਰਤੀ ਹੈ ਅਤੇ ਅੱਜ ਇਹ ਪਵਿੱਤਰ ਧਰਤੀ ਨਸ਼ਿਆਂ ਦੀ ਮਾਰ ਨਾਲ ਕੁਰਲਾ ਰਹੀ ਹੈ। ਕਿਹਾ ਜਾਂਦਾ ਹੈ ਕਿ ਇੱਥੇ 6ਵਾਂ ਦਰਿਆ ਨਸ਼ਿਆਂ ਦਾ ਵਗਦਾ ਹੈ। ਇੱਕ ਐਸਾ ਦਰਿਆ ਜੋ ਕਦੇ ਸੁੱਕ ਹੀ ਨਹੀਂ ਸਕਦਾ, ਸਗੋਂ ਦਿਨੋਂ ਦਿਨ ਇਸ ਦੇ ਵਿੱਚ ਹੜ੍ਹਾਂ ਵਾਲਾ ਮਾਹੌਲ ਉਮੜ ਪੈਂਦਾ ਹੈ ਅਤੇ ਇਹ ਹੜ੍ਹ ਪੰਜਾਬੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਰਿਹਾ ਹੈ। ਇਸ 6ਵੇਂ ਦਰਿਆ ਦਾ ਇੱਕ ਐਸਾ ਹੜ੍ਹ ਜਿਸ ਦੇ ਵਿੱਚ ਨੌਜਵਾਨ ਪੀੜ੍ਹੀ ਹੜ੍ਹਦੀ ਜਾ ਰਹੀ ਹੈ। ਇਹ ਸਭ ਲੋਕ ਦੇਖਣ ਤੋਂ ਸਿਵਾ ਕੁਝ ਵੀ ਨਹੀਂ ਕਰ ਪਾ ਰਹੇ। ਜੇਕਰ ਕਿਤੇ ਪਾਣੀਆਂ ਦਾ ਹੜ੍ਹ ਆਉਂਦਾ ਹੈ, ਸਰਕਾਰਾਂ ਜਾਂ ਫਿਰ ਸੰਸਥਾਵਾਂ ਬਚਾਅ ਦੇ ਲਈ ਪਹੁੰਚ ਜਾਂਦੀਆਂ ਨੇ, ਪਰ ਇਹ ਨਸ਼ਿਆਂ ਦੇ ਦਰਿਆ ਦਾ ਹੜ੍ਹ ਦਾ ਹੱਲ ਕਿਸੇ ਕੋਲ ਵੀ ਨਹੀਂ। ਕੋਈ ਵੀ ਬਚਾਅ ਕਾਰਜ ਇੱਥੇ ਸਫਲ ਨਹੀਂ ਹੁੰਦਾ ਦਿਖਾਈ ਦੇ ਰਿਹਾ। ਇੱਕੋ ਇੱਕ ਹੱਲ ਹੈ ਇਸ ਤੋਂ ਬਚਾਅ ਦਾ। ਜੇਕਰ ਨਸ਼ੇ ਕਰਨ ਵਾਲਾ ਨੌਜਵਾਨ ਦਾ ਮਨ ਇਸ ਦਲਦਲ ਵਿੱਚੋਂ ਜੇਕਰ ਉਹ ਖੁਦ ਮਨ ਬਣਾ ਲਵੇ ਇਸ ਤੋਂ ਬਾਹਰ ਆਉਣ ਦਾ, ਇਹੋ ਇੱਕੋ ਇੱਕ ਇਸ ਦਾ ਬਚਾਅ ਹੈ। ਅੱਜ ਦੀ ਇੱਕ ਅਜਿਹੀ ਘਟਨਾ ਪੰਜਾਬ ਦੇ ਇੱਕ ਸਿੱਖ ਨੌਜਵਾਨ ਜਸਗੀਰ ਸਿੰਘ ਦੀ ਸੁਣਾਉਣ ਜਾ ਰਹੇ ਹਾਂ, ਜੋ ਕਿ ਨਸ਼ਿਆਂ ਦੇ ਵਿੱਚ ਆਪਣੀ ਜ਼ਿੰਦਗੀ ਮੁਕਾਈ ਹੀ ਚੱਲਿਆ ਸੀ ਅਤੇ ਇੱਕ ਚਮਤਕਾਰੀ ਢੰਗ ਦੇ ਨਾਲ ਉਹ ਮੌਤ ਦੇ ਮੂੰਹ ਦੇ ਵਿੱਚੋਂ ਵਾਪਿਸ ਆਇਆ। ਅੱਜ ਜੋ ਸ਼ਾਨ ਉਸ ਦੀ ਇਸ ਦੁਨੀਆ ਦੇ ਵਿੱਚ ਹੈ, ਉਹ ਕੋਈ ਵੀ ਦੇਖ ਕੇ ਯਕੀਨ ਨਹੀਂ ਕਰ ਸਕਦਾ ਕਿ ਇਹ ਕਦੀ ਨਸ਼ਾ ਕਰਕੇ ਗਲੀਆਂ ਦੇ ਵਿੱਚ ਲਾਵਾਰਸਾਂ ਦੇ ਵਾਂਗ ਪਿਆ ਹੁੰਦਾ ਸੀ। ਫਤਿਹਗੜ੍ਹ ਸਾਹਿਬ ਸਿੱਖ ਕੌਮ ਦੇ ਲਈ ਸ਼ਹੀਦੀਆਂ ਦੇਣ ਵਾਲਿਆਂ ਦਾ ਸ਼ਹਿਰ ਹੈ। ਗੁਰਸਿੱਖ ਪਰਿਵਾਰ ਦਾ ਲੜਕਾ ਜਸਗੀਰ ਸਿੰਘ, ਜੋ ਕਿ ਮਕੈਨੀਕਲ ਇੰਜੀਨੀਅਰ ਸੀ, ਪੜ੍ਹਾਈ ਦੇ ਦੌਰਾਨ ਹੀ ਗਲਤ ਸੰਗਤ ਦੇ ਵਿੱਚ ਫਸ ਗਿਆ ਅਤੇ ਤਰ੍ਹਾਂ ਦੇ ਨਸ਼ੇ ਕਰਨ ਲੱਗਾ। ਫਰੂਟ ਬੀਅਰ ਤੋਂ ਸ਼ੁਰੂ ਹੋ ਕੇ ਮਜ਼ਾਕ ਦੇ ਵਿੱਚ ਉਹਨੇ ਪਹਿਲਾਂ ਬੀਅਰ, ਫਿਰ ਸ਼ਰਾਬ ਤੇ ਫਿਰ ਨਸ਼ੇ ਦੇ ਇੱਕ ਐਸੇ ਦਰਿਆ ਦੇ ਵਿੱਚ ਡੁੱਬਿਆ ਜਿਸ ਨੂੰ ਚਿੱਟਾ ਦਰਿਆ ਕਹਿੰਦੇ ਹਾਂ। ਕਾਲਜ ਲਾਈਫ ਤੱਕ ਤਾਂ ਘਰ ਦੇ ਵਿੱਚ ਸ਼ਰਾਬ ਪੀ ਕੇ ਆਉਣਾ। ਘਰ ਪਰਿਵਾਰ ਗੁਰਸਿੱਖਾਂ ਦਾ ਸੀ ਤੇ ਘਰ ਵਾਲਿਆਂ ਨੇ ਬਹੁਤ ਸਮਝਾਉਣਾ, ਪਰ ਉਹ ਨਹੀਂ ਸਮਝਿਆ। ਲੁਕ ਕੇ ਸ਼ਰਾਬ ਪੀਣੀ, ਫਿਰ ਭੰਗ ਦਾ ਨਸ਼ਾ ਤੇ ਫਿਰ ਹੌਲੀ ਮੈਡੀਕਲ ਨਸ਼ੇ ਵੱਲ, ਜਿਵੇਂ ਕੈਪਸੂਲ, ਸ਼ੀਸ਼ੀ ਆਦਿ ਪੀਣਾ ਸ਼ੁਰੂ ਕਰ ਦਿੱਤਾ। ਸੋ ਸਾਲ 2009 ਆਇਆ, ਚਿੱਟੇ ਦਾ ਚਾਲਣ ਵੱਧ ਗਿਆ। ਜਸਗੀਰ ਸਿੰਘ ਨੇ ਪਹਿਲੀ ਵਾਰ ਚਿੱਟੇ ਦਾ ਸੇਵਨ ਕੀਤਾ। ਉਸਨੇ 3000 ਰੁਪਏ ਦਾ ਲਿਆ ਸੀ। ਉਸ ਦਿਨ ਤੋਂ ਬਾਅਦ ਉਸਨੂੰ ਇਸ ਦੀ ਆਦਤ ਜਿਹੀ ਲੱਗ ਗਈ ਤੇ ਉਸ ਦੇ ਕੋਲੋਂ ਇਸ ਦਾ ਨਸ਼ਾ ਛੱਡਿਆ ਨਹੀਂ ਗਿਆ। ਘਰ ਪਰਿਵਾਰ ਹਮੇਸ਼ਾ ਪਰੇਸ਼ਾਨ ਰਹਿੰਦਾ, ਰੋਂਦਾ ਤੇ ਮਿੰਨਤਾਂ ਕਰਦਾ, ਪਰ ਜਸਗੀਰ ਸਿੰਘ ਨੂੰ ਸਿਰਫ ਚਿੱਟਾ ਹੀ ਦਿਖਾਈ ਦਿੰਦਾ ਸੀ, ਨਾ ਕਿ ਆਪਣਾ ਪਰਿਵਾਰ। ਆਪਣਾ ਨਸ਼ਾ ਪੂਰਾ ਕਰਨ ਵਾਸਤੇ ਉਸਨੇ ਜ਼ਮੀਨਾਂ ਤੱਕ ਵੀ ਵੇਚ ਦਿੱਤੀਆਂ, ਆਪਣੀ ਕਾਰ, ਸਕੂਟਰ, ਬੈਂਕ ਬੈਲੈਂਸ ਸਭ ਕੁਝ ਖਤਮ ਕਰ ਦਿੱਤਾ। ਤੇ ਜਦੋਂ ਫਿਰ ਸਭ ਕੁਝ ਮੁੱਕ ਗਿਆ ਤੇ ਉਧਾਰੀ ਦੇ ਪੈਸੇ ਨਾਲ ਨਸ਼ਾ ਪੂਰਾ ਕਰਨ ਲੱਗਿਆ। ਆਪਣੇ ਪਿਤਾ ਦੇ ਨਾਮ ਤੇ ਲੱਖਾਂ ਰੁਪਇਆ ਕਰਜ਼ਾ ਲੈ ਕੇ ਉਸਨੇ ਚਿੱਟਾ ਪੀ ਲਿਆ। ਜਦੋਂ ਤੱਕ ਉਸਦੇ ਪਿਤਾ ਨੂੰ ਕੁਝ ਸਮਝ ਲੱਗਦਾ, ਉਦੋਂ ਤੱਕ ਪਿਤਾ ਲੱਖਾਂ ਦਾ ਕਰਜ਼ਾਈ ਹੋ ਚੁੱਕਿਆ ਸੀ। ਅੰਤ ਸਦਮੇ ਦੇ ਨਾਲ ਹੀ ਉਸ ਦਾ ਪਿਤਾ ਇਸ ਜਹਾਨੋਂ ਤੁਰ ਗਿਆ। ਫਿਰ ਮਾਤਾ ਜੀ ਜਲਦ ਹੀ ਉਹਨਾਂ ਦੇ ਪਿੱਛੇ ਹੀ ਪੂਰੇ ਹੋ ਗਏ। ਹੁਣ ਜਸਗੀਰ ਸਿੰਘ ਇਕੱਲਾ ਆਪਣੇ ਘਰ ਦੇ ਵਿੱਚ ਰਹਿ ਗਿਆ। ਮਾਤਾ ਪਿਤਾ ਦੀ ਮੌਤ ਤੋਂ ਬਾਅਦ ਵੀ ਜਸਗੀਰ ਸਿੰਘ ਦੀਆਂ ਅੱਖਾਂ ਖੁੱਲ੍ਹ ਨਾ ਸਕੀਆਂ। ਇੱਕ ਦਿਨ ਕਰਜ਼ੇ ਦੇ ਪੈਸੇ ਵਾਪਸ ਲੈਣ ਵਾਲਿਆਂ ਨੇ ਜਸਗੀਰ ਸਿੰਘ ਨੂੰ ਮਾਰਿਆ ਤੇ ਕੁੱਟਿਆ। ਜਸਗੀਰ ਸਿੰਘ ਪਹਿਲਾਂ ਹੀ ਨਸ਼ੇ ਦੇ ਵਿੱਚ ਸੀ ਤੇ ਮਾਰਨ ਕੁੱਟਣ ਤੋਂ ਬਾਅਦ ਉਹਨਾਂ ਲੋਕਾਂ ਨੇ ਉਸ ਨੂੰ ਕਿਤੇ ਦੂਰ ਸ਼ਹਿਰ ਦੇ ਵਿੱਚ ਲੈ ਜਾ ਕੇ ਸੁੱਟ ਦਿੱਤਾ। ਉਹ ਉਸ ਨੂੰ ਮਰਿਆ ਸਮਝ ਕੇ ਦੂਜੇ ਸ਼ਹਿਰ ਦੇ ਵਿੱਚ ਸੁੱਟ ਗਏ। ਜਦੋਂ ਜਸਗੀਰ ਸਿੰਘ ਨੂੰ ਹੋਸ਼ ਆਈ ਤਾਂ ਉਹ ਇੱਕ ਸੁਨਸਾਨ ਅਣਜਾਣ ਇਲਾਕੇ ਦੇ ਵਿੱਚ ਪਿਆ ਹੋਇਆ ਸੀ। ਆਪਣੇ ਵੱਲੋਂ ਤਾਂ ਉਹ ਲੋਕ ਉਸ ਨੂੰ ਮਰਿਆ ਸਮਝ ਕੇ ਸਿੱਟ ਗਏ ਸੀ, ਪਰ ਜਸਗੀਰ ਸਿੰਘ ਨਸ਼ੇ ਦੇ ਵਿੱਚ ਹੋਣ ਦੇ ਕਾਰਨ ਕਿਸੇ ਤਰ੍ਹਾਂ ਬਚਾਅ ਹੋ ਗਿਆ। ਹੋਸ਼ ਵਿੱਚ ਆਉਣ ਤੋਂ ਕੁਝ ਸਮੇਂ ਬਾਅਦ ਤੱਕ ਉਸ ਨੂੰ ਕੁਝ ਸਮਝ ਨਹੀਂ ਲੱਗਿਆ ਤੇ ਅੰਮ੍ਰਿਤ ਵੇਲੇ ਉਸ ਦੇ ਕੰਨਾਂ ਦੇ ਵਿੱਚ ਗੁਰਬਾਣੀ ਦੀ ਆਵਾਜ਼ ਪਈ ਤੇ ਅਚਾਨਕ ਹੀ ਜਸਗੀਰ ਸਿੰਘ ਦੇ ਦਿਲ ਨੂੰ ਇੱਕ ਖਿੱਚ ਜਿਹੀ ਪਈ ਤੇ ਉਹ ਗੁਰਬਾਣੀ ਦੀ ਆਵਾਜ਼ ਸੁਣਦਾ
ਉਸ ਆਵਾਜ਼ ਵੱਲ ਚੱਲਦਾ ਰਿਹਾ ਤੇ ਇੱਕ ਗੁਰਦੁਆਰੇ ਸਾਹਿਬ ਵਿੱਚ ਪਹੁੰਚਿਆ ਜੋ ਕਿ ਗੁਰਦੁਆਰਾ ਫਤਿਹਗੜ੍ਹ ਸਾਹਿਬ ਸੀ। ਜਸਗੀਤ ਸਿੰਘ ਨੇ ਮੂੰਹ ਦੇ ਉੱਪਰ ਪਾਣੀ ਮਾਰਿਆ ਤੇ ਗੁਰਦੁਆਰੇ ਸਾਹਿਬ ਦੇ ਅੰਦਰ ਗਿਆ, ਚਾਹ ਦਾ ਲੰਗਰ ਛਕਿਆ ਤੇ ਕਥਾ ਸ਼ੁਰੂ ਹੋਈ। ਕਥਾ ਸੁਣਦਿਆਂ ਇੱਕ ਅਜਿਹੀ ਗੱਲ ਉਸਦੇ ਦਿਲ ਦੇ ਵਿੱਚ ਵਸ ਗਈ ਕਿ ਉਹ ਆਖਰੀ ਦਿਨ ਸੀ ਉਸਦੇ ਨਸ਼ੇ ਦਾ। ਚਾਹ ਪੀਣ ਤੋਂ ਬਾਅਦ ਉਸ ਨੂੰ ਨਸ਼ੇ ਦੀ ਤੋੜ ਲੱਗੀ ਤਾਂ ਉਹ ਬੇਚੈਨ ਜਿਹਾ ਹੋ ਗਿਆ, ਪਰ ਮਜਬੂਰੀ ਦੇ ਵਿੱਚ ਉਹ ਕੁਝ ਵੀ ਕਰ ਨਹੀਂ ਸਕਦਾ ਸੀ ਕਿਉਂਕਿ ਜੇਬਾਂ ਖਾਲੀ ਸਨ ਤੇ ਸਰੀਰ ਨਸ਼ੇ ਦੀ ਤੋੜ ਤੋਂ ਮਜਬੂਰ। ਇੰਨਾ ਬੇਚੈਨ ਹੋਇਆ ਕਿ ਉਹ ਜ਼ਮੀਨ ਦੇ ਉੱਪਰ ਹੀ ਲੇਟਣ ਲੱਗਿਆ। ਬਾਅਦ ਵਿੱਚ ਜਸਗੀਤ ਸਿੰਘ ਨੇ ਦਿਲੋਂ ਅਰਦਾਸ ਨਿਕਲੀ ਕਿ ਹੇ ਪ੍ਰਮਾਤਮਾ, ਤੇਰੇ ਦਰ ਦੇ ਉੱਤੇ ਪਿਆ ਹਾਂ, ਮੇਰਾ ਸਰੀਰ ਨਸ਼ਾ ਮੰਗ ਰਿਹਾ ਹੈ ਤੇ ਮੈਂ ਹੁਣ ਕੀ ਕਰਾਂ। ਹੇ ਪ੍ਰਮਾਤਮਾ, ਮੇਰੇ ਤੇ ਸਹਾਈ ਹੋਵੋ, ਮੇਰੇ ਸਰੀਰ ਨੂੰ ਨਸ਼ਾ ਨਹੀਂ ਮਿਲਿਆ ਤਾਂ ਮੈਂ ਤੜਫਦਾ ਰਹਿ ਜਾਵਾਂਗਾ, ਇੱਥੇ ਹੀ ਪ੍ਰਾਣ ਛੱਡ ਦਵਾਂਗਾ। ਹੈਰਾਨੀ ਵਾਲੀ ਤਾਂ ਗੱਲ ਇਹ ਸੀ ਕਿ ਨਸ਼ੇ ਕਰਨ ਦੇ ਬਾਵਜੂਦ ਵੀ ਉਹ ਸਿੱਖੀ ਸਰੂਪ ਦੇ ਵਿੱਚ ਕਾਇਮ ਸੀ, ਮਤਲਬ ਕੇਸ ਕਤਲ ਨਹੀਂ ਕਰਵਾਉਂਦਾ ਸੀ। ਕਥਾ ਚੱਲ ਰਹੀ ਸੀ, ਪ੍ਰਸੰਗ ਆਇਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ। ਕਥਾਵਾਚਕ ਨੇ ਕਿਹਾ ਕਿ 6 ਸਾਲ ਤੋਂ 9 ਸਾਲ ਦੇ ਛੋਟੇ ਫਰਜ਼ੰਦ ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਕੁਝ ਵੀ ਸਮਝ ਨਹੀਂ ਹੁੰਦੀ। ਜਦੋਂ ਸੂਬੇ ਦੀ ਕਚਹਿਰੀ ਦੇ ਵਿੱਚ ਆਪਣੇ ਸਿਧਾਂਤਾਂ ਤੇ ਕਾਇਮ ਰਹਿ ਕੇ ਉਹ ਇਹ ਕਹਿੰਦੇ ਰਹੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਤੇ ਆਪਾਂ ਖਾਲਸਾ ਹਾਂ, ਮੁਸਲਮਾਨ ਨਹੀਂ ਬਣਨਾ, ਚਾਹੇ ਜੋ ਮਰਜ਼ੀ ਸਜ਼ਾ ਮਿਲ ਜਾਵੇ, ਚਾਹੇ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਜਾਵੇ। ਬਾਅਦ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾਉਣ ਦਾ ਹੁਕਮ ਦਿੱਤਾ ਗਿਆ। ਜਦੋਂ ਤੱਕ ਇੱਟਾਂ ਮੂੰਹ ਤੱਕ ਨਹੀਂ ਆਈਆਂ, ਵਾਹਿਗੁਰੂ ਵਾਹਿਗੁਰੂ ਦਾ ਜਪ ਚੱਲਦਾ ਰਿਹਾ। ਕੋਈ ਰੋਣ ਦੀ ਆਵਾਜ਼, ਕੋਈ ਚੀਕਣ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। ਸਾਡੇ ਲਈ ਉਹ ਨਿੱਕੀਆਂ ਜਿੰਦਾਂ ਇਸੇ ਸਥਾਨ ਦੇ ਉੱਤੇ ਸ਼ਹੀਦੀਆਂ ਪਾ ਗਈਆਂ ਜਿੱਥੇ ਅੱਜ ਆਪਾਂ ਬੈਠੇ ਹਾਂ। ਗੁਰੂ ਸਾਹਿਬ ਨੇ ਸਾਡੇ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਸਾਡੇ ਵਿੱਚ ਐਨੀ ਵੀ ਹਿੰਮਤ ਨਹੀਂ ਕਿ ਆਪਾਂ ਗੁਰੂ ਸਾਹਿਬ ਦੀ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਕਦਰ ਕਰ ਸਕੀਏ, ਖਾਲਸਾ ਬਣ ਕੇ ਆਪਣਾ ਜੀਵਨ ਸੁਧਾਰ ਸਕੀਏ। ਅੱਜ ਆਪਾਂ ਇੰਨੇ ਜੋਗੇ ਵੀ ਨਹੀਂ। ਅੱਜ ਆਪਾਂ ਵਿਕਾਰਾਂ ਦੇ ਵਿੱਚ ਫਸ ਕੇ ਆਪਣਾ ਜੀਵਨ ਖਰਾਬ ਕਰ ਰਹੇ ਹਾਂ। ਇਸ ਕਰਕੇ ਉਹਨਾਂ ਨਿੱਕੀਆਂ ਜਿੰਦਾਂ ਨੇ ਸਾਡੇ ਲਈ ਕੁਰਬਾਨੀ ਨਹੀਂ ਦਿੱਤੀ ਸੀ ਤੇ ਨਾ ਹੀ ਟੋਡਰ ਮੱਲ ਵਰਗਿਆਂ ਨੇ ਮੋਹਰਾਂ ਖੜੀਆਂ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਸੰਸਕਾਰ ਕਰਨ ਦੇ ਲਈ ਖਰੀਦੀ ਸੀ। ਇਸ ਕਰਕੇ ਨਹੀਂ ਕਿ ਆਪਾਂ ਆਪਣੇ ਗੰਦੇ ਸ਼ੌਕ ਪੂਰੇ ਕਰ ਸਕੀਏ। ਜਦੋਂ ਇਹ ਗੱਲ ਜਸਗੀਤ ਸਿੰਘ ਦੇ ਮਨ ਦੇ ਵਿੱਚ ਪਈ, ਉਸ ਨੂੰ ਅੰਦਰੋਂ ਇੱਕ ਝਟਕਾ ਜਿਹਾ ਲੱਗਿਆ। ਜਸਗੀਤ ਸਿੰਘ ਮੁਤਾਬਿਕ ਉਸ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸਾਫ਼-ਸਾਫ਼ ਦਿਖਾਈ ਦਿੱਤੇ ਤੇ ਉਹ ਸਾਰਾ ਦ੍ਰਿਸ਼ ਉਹਦੇ ਸਾਹਮਣੇ ਆ ਗਿਆ। ਜਸਗੀਤ ਸਿੰਘ ਦੀਆਂ ਅੱਖਾਂ ਤੋਂ ਲਗਾਤਾਰ ਪਾਣੀ ਚੱਲਣ ਲੱਗਿਆ। ਪਾਣੀ ਆਇਆ ਕਿ ਅੰਦਰੋਂ ਸਾਰੀ ਮਹਿਲ ਬਾਹਰ ਆ ਗਈ ਤੇ ਨਸ਼ੇ ਦੀ ਤੋੜ ਵੀ ਖਤਮ ਹੋ ਗਈ। ਗੁਰਦੁਆਰੇ ਸਾਹਿਬ ਦੇ ਵਿੱਚ ਇਸ਼ਨਾਨ ਕਰ ਉਹ 10 ਦਿਨਾਂ ਤੱਕ ਉੱਥੇ ਹੀ ਰਿਹਾ ਤੇ ਉੱਥੇ ਹੀ ਇੱਕ ਸਿੰਘ ਨੇ ਉਸ ਨੂੰ ਕੱਪੜੇ ਲੈ ਕੇ ਦਿੱਤੇ ਤੇ ਕੁਝ ਪੈਸੇ ਵੀ ਦਿੱਤੇ। 10 ਦਿਨਾਂ ਬਾਅਦ ਉਹ ਆਪਣੇ ਘਰ ਵਾਪਿਸ ਆਇਆ। ਉਸਨੇ ਆਪਣੇ ਘਰ ਤੇ ਕੁਝ ਜ਼ਮੀਨ ਵੇਚ ਕੇ ਆਪਣਾ ਥੋੜਾ ਜਿਹਾ ਕਰਜ਼ਾ ਉਤਾਰਿਆ ਤੇ ਕੁਝ ਪੈਸਿਆਂ ਦਾ ਕਾਰੋਬਾਰ 2012 ਦੇ ਵਿੱਚ ਸ਼ੁਰੂ ਕੀਤਾ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੰਮ ਵਧੀਆ ਚੱਲਿਆ ਤੇ 2015 ਤੱਕ ਉਸ ਦਾ ਕਾਰੋਬਾਰ ਤੇ ਕਰਜ਼ਾ ਬਿਲਕੁਲ ਖਤਮ ਹੋ ਗਿਆ। 2019 ਦੇ ਆਖਿਰ ਦੇ ਵਿੱਚ ਉਸਨੇ ਇੱਕ ਸੰਸਥਾ ਬਣਾਈ ਜੋ ਕਿ ਨਸ਼ਿਆਂ ਦੇ ਪ੍ਰਤੀ ਜਾਗਰੂਕਤਾ ਫੈਲਾਉਂਦੀ ਹੈ ਤੇ ਗੁਰਬਾਣੀ ਸਿੱਖੀ ਸਿਧਾਂਤ ਦੇ ਨਾਲ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਹੁਣ ਤੱਕ 150 ਤੋਂ ਵੱਧ ਬੰਦਿਆਂ ਨੂੰ ਉਹ ਸੰਸਥਾ ਨੇ ਗੁਰਬਾਣੀ ਦੇ ਰਾਹੀਂ ਨਸ਼ੇ ਤੋਂ ਦੂਰ ਕੀਤਾ ਹੈ। ਅੱਜ ਜਗਸੀਤ ਸਿੰਘ ਨੇ ਆਪਣਾ ਪਰਿਵਾਰ ਤਾਂ ਖੋ ਲਿਆ, ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ, ਸਾਹਿਬ ਕੌਰ ਜੀ ਨੂੰ ਆਪਣੀ ਮਾਤਾ ਮੰਨ ਕੇ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਪੂਰੀ ਸ਼ਾਨ ਸ਼ੌਕਤ ਦੇ ਨਾਲ ਰਹਿ ਰਿਹਾ ਹੈ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।